ਇੱਥੇ ਤਾਹਿਰ ਨੌਸ਼ਾਦ ਸਾਹਿਬ ਮਿਲੇ ਨੇ, ਇਹਨਾਂ ਨਾਲ ਗੱਲ ਕਰਾਂਗੇ। ਮੈਨੂੰ ਹੁਣੇ ਵੀ ਯਾਦ ਹੈ ਮੇਰੇ ਬਚਪਨ 'ਚ ਇੱਕ ਡਰਾਮਾ ਆਇਆ ਸੀ ਇਹਨਾਂ ਦਾ, ਇੱਕ ਤੇਰਾ ਸਨਮ ਖਾਨਾ, ਉਹਦੇ ਵਿੱਚ ਇਹਨਾਂ ਨੇ ਨਸ਼ਈ ਦਾ ਰੋਲ ਕੀਤਾ ਸੀ। ਅਤੇ ਮੈਨੂੰ ਹੁਣ ਦੱਸੋ ਕਿੰਨੀ ਵਾਰੀ ਤੁਸੀਂ ਨਸ਼ਈ ਦਾ ਹੀ ਰੋਲ ਕਰ ਰਹੇ ਹੋ? ਇਹ ਪੜ੍ਹੋ ਜ਼ਰਾ। ਕਾਫੀ ਵਾਰੀ ਨਸ਼ਈ ਦਾ ਰੋਲ ਕਰ ਰਹੇ ਆ, ਕਿਉਂਕਿ ਉਹ ਡਰਾਮੇ ਦੇ ਵਿੱਚ ਮੈਨੂੰ ਸੁਹੇਲ ਅਹਿਮਦ ਸਾਹਿਬ ਨੇ ਜਦੋਂ ਬੁਲਾਇਆ ਤੇ ਉਸ ਤੋਂ ਮੇਰੇ ਤੋਂ ਪਹਿਲੇ 2-3 ਲੋਕਾਂ ਨੂੰ ਬੁਲਾ ਕੇ ਉਹਨਾਂ ਨੇ ਕਿਹਾ ਸੀ ਕਿ ਨਸ਼ਈ ਦਾ ਰੋਲ। ਜਦੋਂ ਮੈਨੂੰ ਬੁਲਾਇਆ ਤੇ ਮੈਨੂੰ ਕਿਹਾ ਨਸ਼ਈ ਦਾ ਰੋਲ, ਮੈਂ ਕਿਹਾ ਜੀ ਨਸ਼ਈ ਫੀਮ ਖਾਣ ਵਾਲਾ ਕਰਨਾ, ਚਰਸ ਪੀਣ ਵਾਲਾ ਕਰਨਾ, ਬੂਟੀ ਪੀਣ ਵਾਲਾ ਕਰਨਾ। ਉਹਨਾਂ ਨੇ ਕਿਹਾ ਯਾਰ ਦੇਖੋ ਇਹ ਟੈਕਨੀਕਲ ਗੱਲ ਹੈ ਕਿ ਹਰ ਨਸ਼ਈ ਜਿਹੜਾ ਹਰ ਨਸ਼ਾ ਹੈ ਜਿਹੜਾ ਨਾ ਉਹਦੀ ਇੱਕ ਅਲੱਗਾ ਫੀਲਿੰਗ ਹੈ। ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਯਾਰ ਇਹ ਪਾਊਡਰ ਪੀਣ ਵਾਲਾ ਕਰਨਾ ਹੈ। ਤੇ ਮੈਂ ਕਿਹਾ ਅੱਛਾ ਜੀ ਪਾਊਡਰ। ਉਹਨਾਂ ਨੇ ਕਿਹਾ ਜੀ ਠੀਕ ਹੈ ਤੁਸੀਂ ਇਹ ਕਰੋ। ਉਹ ਡਰਾਮਾ ਐਡਾ ਕੁ ਅੱਛਾ ਗਿਆ ਕਿ ਉਸ ਤੋਂ ਬਾਅਦ ਕਾਫੀ ਵਾਰੀ ਮੈਨੂੰ ਕਿਹਾ ਗਿਆ ਕਿ ਜੀ ਨਸ਼ਈ ਦਾ ਰੋਲ ਕਰਨਾ ਹੈ ਅਤੇ ਬੜਾ ਅੱਛਾ ਰਿਹਾ ਉਹ ਡਰਾਮਾ। ਉਹਦੇ ਵਿੱਚ ਵੀ ਅਮਾਨੁੱਲਾ ਸਾਹਿਬ ਸਨ। ਅਮਾਨੁੱਲਾ ਸਾਹਿਬ ਉਹਦੇ 'ਚ ਮੇਨ ਰੋਲ ਲੀਡ ਕਰ ਰਹੇ ਸਨ। ਬੜਾ ਅੱਛਾ ਗਿਆ ਸੀ ਉਹ ਡਰਾਮਾ। ਬਾਕੀ ਇਹ ਵੀ ਕਿ ਅਮਾਨੁੱਲਾ ਸਾਹਿਬ ਇੱਕ ਐਸੇ ਫਨਕਾਰ ਹੋਏ ਨੇ, ਉਹਨਾਂ ਤੋਂ ਬਗੈਰ ਡਰਾਮਾ ਹੁੰਦਾ ਹੀ ਨਹੀਂ ਸੀ, ਇਹ ਤਾਂ ਸਾਰੀ ਦੁਨੀਆ ਨੂੰ ਪਤਾ। ਅਤੇ ਅੱਜ ਮੈਨੂੰ ਅਮਾਨੁੱਲਾ ਸਾਹਿਬ ਦੀ ਉਹ ਗੱਲ ਯਾਦ ਆ ਰਹੀ ਹੈ ਕਿ ਇੱਕ ਪ੍ਰੋਡਿਊਸਰ ਬੈਠੇ ਸਨ, ਬੜੇ ਮਸ਼ਹੂਰ ਪ੍ਰੋਡਿਊਸਰ ਸਨ ਉਸ ਦੌਰ ਦੇ, ਅਤੇ ਅਸੀਂ ਨਵੇਂ ਆਏ ਸਾਂ ਅਤੇ ਮੈਂ ਕਮਰੇ ਦੇ ਵਿੱਚ ਵੜਿਆ ਅਤੇ ਅਮਾਨੁੱਲਾ ਸਾਹਿਬ ਬੈਠੇ ਨੇ ਅਤੇ ਪ੍ਰੋਡਿਊਸਰ ਬੈਠੇ ਨੇ। ਅਤੇ ਪ੍ਰੋਡਿਊਸਰ ਨੇ ਮੈਨੂੰ ਬੜੀ ਬਦਤਮੀਜ਼ੀ ਨਾਲ ਝਾੜ ਕੇ ਚਲੋ ਇਹ ਬਾਹਰ ਚਲੋ, ਅਤੇ ਮੈਨੂੰ ਅਮਾਨੁੱਲਾ ਸਾਹਿਬ ਨੇ ਵਾਪਸ ਬੁਲਾਇਆ। ਅਤੇ ਪ੍ਰੋਡਿਊਸਰ ਨੂੰ ਕਹਿੰਦੇ ਯਾਰ ਤੁਸੀਂ ਇੱਕ ਗੱਲ ਜ਼ਿਹਨ 'ਚ ਰੱਖਿਆ ਕਰੋ, ਆ ਜਿਹੜੇ ਨਵੇਂ ਸਟਗਲੀਏ ਮੁੰਡੇ ਆਉਂਦੇ ਨੇ ਇਹਨਾਂ ਦੀ ਕਦਰ ਕਰਿਆ ਕਰੋ, ਇਹਨਾਂ ਨਾਲ ਪਿਆਰ ਕਰਿਆ ਕਰੋ, ਕਿਉਂਕਿ ਇੱਕ ਟਾਈਮ ਐਸਾ ਆਉਂਦਾ ਕਿ ਫਿਰ ਤੁਸੀਂ ਉਹਨਾਂ ਦੇ ਕੋਲ ਹੀ ਡੇਟ ਲੈਣ ਜਾਂਦੇ ਹੋ। ਅਤੇ ਉਹ ਮੈਨੂੰ ਜਿਵੇਂ ਹੁਣ ਵਿੱਕੀ ਸਾਹਿਬ ਕਹਿ ਰਹੇ ਸਨ ਨਾ ਕਿ ਸਾਇੰਸਦਾਨ, ਇੱਕ ਮੈਂ ਉਹਨਾਂ ਨੂੰ ਪਛੀਣ ਕੋਈ ਵੀ ਉਹਨਾਂ ਦੀ ਐਸੀ ਹੋਈ ਹੈ ਕਿ ਜੋ ਉਹਨਾਂ ਨੇ ਕਿਹਾ ਉਹੀ ਹੋਇਆ। ਅਤੇ ਉਹੀ ਬੰਦਾ ਫਿਰ ਇੱਕ ਟਾਈਮ ਐਸਾ ਆਇਆ ਕਿ ਮੈਂ ਡਰਾਮਾ ਕਰ ਰਿਹਾ ਸਾਂ ਅਤੇ ਮੇਰੇ ਕੋਲ ਆਇਆ, ਉਹਨੇ ਕਿਹਾ ਮੈਂ ਗੁਜਰਾਂਵਾਲੇ ਡਰਾਮਾ ਕਰਨਾ। ਮੈਨੂੰ ਪਤਾ ਲੱਗਿਆ ਤੇਰੇ ਤੋਂ ਬਗੈਰ ਡਰਾਮਾ ਨਹੀਂ ਹੁੰਦਾ ਯਾਰ ਉੱਥੇ। ਅਤੇ ਮੈਂ ਵੱਡੀ ਕਾਸਟ ਵੀ ਪਾਈ ਅਤੇ ਮੈਨੂੰ ਹਰ ਬੰਦੇ ਨੇ ਕਿਹਾ ਤਾਹਿਰ ਨੌਸ਼ਾਦ ਨੂੰ ਰੱਖੋ, ਅਤੇ ਲਿਹਾਜ਼ਾ ਪੁੱਤਰ ਮੈਂ ਤੇਰੇ ਕੋਲ ਆਇਆ, ਮੈਨੂੰ ਡੇਟ ਦੇ। ਅਤੇ ਮੈਨੂੰ ਯਾਦ ਆਇਆ ਅਤੇ ਮੈਂ ਤਾਂ ਚੁੱਪ ਕਰ ਗਿਆ। ਅਤੇ ਉਹਨੇ ਖੁਦ ਹੀ ਗੱਲ ਛੇੜ ਲਈ। ਉਹਨੇ ਕਿਹਾ ਯਾਰ ਤੈਨੂੰ ਯਾਦ ਹੈ ਅਮਾਨੁੱਲਾ ਨੇ ਕਿਹਾ ਸੀ ਕਿ ਕਦਰ ਕਰਿਆ ਕਰੋ। ਅੱਜ ਮੈਨੂੰ ਅਹਿਸਾਸ ਹੋਇਆ ਵਾਕਈ ਕਿ ਆਉਣ ਵਾਲੇ ਫਨਕਾਰਾਂ ਦੀ ਕਦਰ ਕਰਨੀ ਚਾਹੀਦੀ ਹੈ। ਅਮਾਨੁੱਲਾ ਸਾਹਿਬ ਬੜੀ ਵੱਡੀ ਦੁਨੀਆ ਸਨ। ਤੇ ਮੈਨੂੰ ਕੋਈ ਜੁਗਤ ਕਰ ਲਾਓ ਉਹਨਾਂ ਨੂੰ, ਕੋਈ ਚੰਗੀ ਜਿਹੀ ਪਤਾ ਲੱਗੇ, ਕੋਈ ਤਾਹਿਰ ਸਾਹਿਬ ਦੇ ਕੋਲ ਆਏ, ਕੋਈ ਤਾਂ ਜੁਗਤ ਕਰੋ। ਸਾਰੇ ਬੇਟਾ ਤੂੰ ਸਾਡੀ ਬੱਚੀ ਹੈ, ਤੈਨੂੰ ਹੁਣ ਜੁਗਤਾਂ ਕਰਦੇ ਅਸੀਂ ਤੇ ਤੇਰੇ ਵਾਲਦ ਸਾਹਿਬ ਕੋਲੋਂ ਜੁਗਤਾਂ ਸਿੱਖੀਆਂ ਨੇ। ਤੇ ਬਾਕੀ ਚਾਈਨਾ ਦੀ ਲੈਚੀ ਹੁੰਦੀ ਹੈ, ਮੈਂ ਇਸ ਤਰ੍ਹਾਂ ਵੀ ਕਹਿ ਸਕਦਾ, ਲੇਕਿਨ ਮੇਰਾ ਦਿਲ ਨਹੀਂ ਕਰ ਰਿਹਾ ਤੈਨੂੰ ਜੋਤ ਕਰਨ ਤੇ। ਤੂੰ ਕਰ ਵੀ ਦਿੱਤੀ ਨਾਲ, ਤੂੰ ਮੈਨੂੰ ਕਰ, ਤੂੰ ਮੈਨੂੰ ਕਰ। ਨਹਿਰ 'ਚ ਲਾਸ਼ਾਂ ਲੱਭਣ ਵਾਲੇ ਆ ਨਹਿਰ, ਇਸ ਤਰ੍ਹਾਂ ਦੇ ਬੰਦੇ ਨਾ ਧੁੱਪੇ ਬੈ ਕੇ ਮੂਲੀ ਖਾ ਰਹੇ ਹੁੰਦੇ ਨੇ। ਵਾਹ ਰੇ ਵਾਹ। ਤੇ ਬੇਟਾ ਹੋਰ ਮੂਲੀ ਕਿਹੜੇ ਛਾਵੇਂ ਬੈਠ ਕੇ ਖਾਈ, ਧੁੱਪੇ ਵੀ ਖਾ ਸਕਦਾ। ਕਮੀਜ਼ ਦਾ ਰੰਗ ਵੇਖੋ ਗੋਵਿੰਦਾ ਬਣੇ ਨੇ ਆਪਣੇ ਵੱਲੋਂ। ਵਾਹ ਰੇ ਵਾਹ। ਤੈਨੂੰ ਯਾਦ ਤੂੰ ਛੋਟੀ ਜਿਹੀ ਹੁੰਦੀ ਸੀ, ਖੇਡਦੀ ਹੁੰਦੀ ਸੀ ਹੈ। ਮੈਨੂੰ ਉਦੋਂ ਹੀ ਪਤਾ ਸੀ ਬੜੀ ਚਲਾਕ ਹੋਣੀ ਹੈ ਕੁੜੀ। ਮੈਨੂੰ ਪਹਿਲੇ ਕੋਈ ਗੱਲ ਕੀਤੀ ਬਚਪਨ 'ਚ ਤੇ ਹਰ ਕੋਈ ਖੇਡਦਾ। ਬਚਪਨ 'ਚ ਹੋਰ ਕੀ ਬੰਦਾ ਕੋਈ ਤੁਸੀਂ ਚਲੋ ਤੂੰ ਮੈਨੂੰ ਪੁੱਤਰ ਹੋਰ ਜੁਗਤ ਕਰ ਲੈ ਬੇਟਾ। ਮੈਨੂੰ ਭੁੱਲ ਗਈ ਜਿਹੜੀ ਮੈਂ ਲਿਖੀ 50 ਰੁਪਏ ਵਾਲੀ ਘੜੀ ਹੁੰਦੀ ਹੈ। 50 ਰੁਪਏ ਵਾਲੀ ਘੜੀ, ਵਾਹ ਸਾਰੀਆਂ ਕੱਚੀਆਂ। ਚਲੋ ਮੈਨੂੰ 5 ਹੋਰ ਲਾਓ, 4-5 ਨਾ ਪਤਾ ਲੱਗੇ। ਤੂੰ 3 ਲਾ ਦੇ ਪੁੱਤਰ, 3 ਮੈਂ। ਅੱਛਾ ਇਹੋ ਜਿਹੇ ਬੰਦੇ ਨਾ ਕੁੱਤਿਆਂ ਦੀ ਲੜਾਈ 'ਚ ਚੇਅਰਮੈਨ ਹੁੰਦੇ ਨੇ। ਚੇਅਰਮੈਨ ਕਾਹਦੇ ਲਈ ਹੁੰਦੇ ਨੇ? ਮੁਨਸਫ ਕਹਿ ਲੈ, ਚੇਅਰਮੈਨ ਨਾ ਕਹਿ। ਮੈਂ ਕਿਹੜਾ ਕੋਈ ਅਦਾਰਾ ਬਣਾ ਕੇ ਬੈਠਾ ਕੁੱਤਿਆਂ ਦਾ। ਹੋਰ 2 ਹੋਰ ਇੱਕ ਹੋਰ ਪੁੱਤਰ ਤੈਨੂੰ ਮੈਂ ਜੁਗਤ ਨਹੀਂ ਕਰ ਸਕਦਾ, ਮੈਂ ਮਜਬੂਰਨ ਪਹਿਲੇ ਕਰ ਤੇ ਲਈਏ। ਚੈਨਲ ਦੀ ਵਜ੍ਹਾ ਤੋਂ ਮੈਂ ਚੁੱਪ ਹੋ ਗਿਆ। ਮੈਂ ਇਹ ਨਾ ਸੋਚੀ ਮੈਂ ਚੈਨਲ ਦੀ ਵਜ੍ਹਾ ਤੋਂ ਆਇਆ, ਮੈਂ ਅਮਾਨੁੱਲਾ ਸਾਹਿਬ ਦੀ ਵਜ੍ਹਾ ਤੋਂ ਆਇਆ, ਮਜਬੂਰੀ। ਪੁੱਤਰ ਤੂੰ ਸਾਡੀ ਧੀ ਹੈ, ਅੱਲਾ ਖੈਰ ਕਰੇ। ਵਗਰਨਾ ਅਮਾਨੁੱਲਾ ਸਾਹਿਬ ਐਸੇ ਬੰਦੇ ਹੋਏ ਨੇ, ਉਹਨਾਂ ਨੇ ਤੇ ਆਉਣ ਵਾਲੇ ਲੋਕਾਂ ਦਾ ਜਿਹਦਾ ਹੱਥ ਖੜਾ ਕੀਤਾ ਬੰਦਾ ਹਿੱਟ ਹੋ ਗਿਆ। ਤੇ ਸਾਡੀ ਦੁਆ ਹੈ ਕਿ ਜ਼ਰਗੋਨ ਬੇਟਾ ਤੂੰ ਇੰਨੀ ਕੁ ਕਾਮਯਾਬ ਹੋਵੇਂ। ਬਾਕੀ ਆ ਹੁਣ ਇੰਟਰਵਿਊ ਹੈ, ਕਿਸੇ ਫੇਰ ਪ੍ਰੋਗਰਾਮ ਦੇ ਵਿੱਚ ਆਪਾਂ ਪਿਓ ਤੋਂ ਹੀ ਜੋਤਾ ਕਰਾਂਗੇ। ਠੀਕ ਹੈ ਜਾਨ ਕੀ ਅਮਾਨ ਪਾਉਂ ਤੇ ਇੱਕ ਬਾਤ ਕਹੂੰ। ਹਾਂਜੀ ਬੜੀ ਤੁਹਾਡੀ ਕਰਪਟ ਕਮਿਸ਼ਨਰਾਂ ਵਰਗੀ ਸ਼ਕਲ ਪੁੱਤਰ ਮੈਂ ਜਾਨ ਕੀ ਅਮਾਨ ਪਾਉਂ ਤੇ ਇਹ ਕਰਜ਼ ਕਰੂੰ। ਨਹੀਂ ਤੁਸੀਂ ਠੀਕ ਹੈ ਮਾਸ਼ਾਅੱਲਾ, ਜੂੰਦੇ ਰਹੋ।